ਜ਼ਿਲ੍ਹਾ ਪਟਿਆਲਾ ਦੀ ਜਿਹੜੀ ਸਮੁੱਚੀ ਸਤਿਕਾਰਯੋਗ ਪ੍ਰੈਸ ਹੈ ਉਹਨਾਂ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ। ਔਰ ਬੜੇ ਹੀ ਇੱਕ ਪੋਜ਼ੀਟਿਵ ਨੋਟ 'ਤੇ ਜਿੱਥੇ ਆਪਾਂ ਪ੍ਰੈਸ ਕਾਨਫਰੰਸ ਇਲੈਕਸ਼ਨ ਨੂੰ ਲੈ ਕੇ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਉੱਥੇ ਹੀ ਐਸਐਸਪੀ ਸਾਹਿਬ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਹੈ ਕਿ ਸਾਰਿਆਂ ਦਾ ਰੋਲ ਜਿਹੜਾ ਹੈ ਬੜਾ ਵਧੀਆ ਔਰ ਬਹੁਤ ਪੋਜ਼ੀਟਿਵ ਹੈ। ਔਰ ਇਸੇ ਪੋਜ਼ੀਟਿਵ ਨੋਟ ਦੇ ਉੱਤੇ ਮੈਂ ਇੱਕ ਅੱਜ ਦੀ ਬਰੀਫਿੰਗ ਮੈਂ ਕਰਨਾ ਚਾਹਾਂਗਾ ਕਿ ਪਿਛਲੇ ਅਸੀਂ ਲੰਮੇ ਸਮੇਂ ਤੋਂ ਇਲੈਕਸ਼ਨ ਦੀ ਤਿਆਰੀ 'ਚ ਲੱਗੇ ਹੋਏ ਹਾਂ ਔਰ ਹੁਣ ਇਲੈਕਸ਼ਨ ਨੂੰ 72 ਘੰਟੇ ਜਿਹੜੇ ਹੈਗੇ ਉਹ ਰਹਿ ਗਏ ਹੈ। ਸੋ ਇੱਕ 72 ਘੰਟੇ ਦਾ ਇੱਕ ਪ੍ਰੋਟੋਕੋਲ ਹੈ, ਇੱਕ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੈ ਜਿਹਦੇ ਵਿੱਚ ਇਲੈਕਸ਼ਨ ਮਸ਼ੀਨਰੀ ਜਿਹੜੀ ਹੈ ਹੋਰ ਜਿਹੜੀ ਹੈ ਹਰਕਤ ਆ ਜਾਂਦੀ ਹੈ, ਹੋਰ ਤੇਜ਼ੀ ਫੜ ਲੈਂਦੀ ਹੈ ਅਤੇ ਜਿੰਨੇ ਵੀ ਆਪਰੇਸ਼ਨਸ ਹੈ ਉਹਨਾਂ ਨੂੰ ਇੰਟੈਂਸੀਫਾਈ ਕਰਨ ਦੀ ਲੋੜ ਪੈਂਦੀ ਹੈ ਕਿਉਂਕਿ ਇਸੇ 72 ਮਤਲਬ ਅਖੀਰਲੇ ਘੰਟਿਆਂ 'ਚ ਪੋਲਿੰਗ ਤੋਂ ਪਹਿਲਾਂ ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਪੋਲੀਟੀਕਲ ਪਾਰਟੀਜ਼ ਔਰ ਉਮੀਦਵਾਰਾਂ ਵੱਲੋਂ ਵੋਟਰ ਨੂੰ ਲੁਭਾਉਣ ਦੇ, ਵੋਟਰ ਨੂੰ ਧਮਕਾਉਣ ਦੇ ਕਈ ਵਾਰੀ ਕੁਛ ਇਹੋ ਜਿਹੇ ਅਨਸਰਾਂ ਵੱਲੋਂ ਕੋਈ ਯਤਨ ਕੀਤੇ ਜਾਂਦੇ ਹੈ। ਸੋ ਇਹਦੇ ਵਿੱਚ ਸਾਡੀ ਤਿਆਰੀ ਦੇ ਨਾਲ ਨਾਲ ਸਾਡੀ ਜਿਹੜੀ ਵਿਜੀਲੈਂਸ ਹੈ, ਸਾਡੀ ਇਨਫੋਰਸਮੈਂਟ ਹੈ, ਉਹਨੂੰ ਹੋਰ ਪੁਖਤਾ ਕਰਨ ਦੀ ਲੋੜ ਹੈ। ਸੋ ਉਸੇ 'ਤੇ ਤੁਹਾਨੂੰ ਮੈਂ ਬਰੀਫ ਕਰ ਦਿਆਂ ਕਿ ਇੱਕ SOP 72 ਘੰਟੇ ਦਾ, ਕੱਲ੍ਹ ਨੂੰ ਉਹ 48 ਘੰਟੇ ਦਾ ਰਹਿ ਜਾਏਗਾ, ਉਸ ਤੋਂ ਬਾਅਦ ਪਰਸੋਂ ਉਹ 24 ਘੰਟੇ ਦਾ ਰਹਿ ਜਾਏਗਾ। ਸੋ ਉਹਦੇ ਵਿੱਚ ਬਹੁਤ ਸਾਰੀ ਇਨਫੋਰਸਮੈਂਟ, ਬਹੁਤ ਸਾਰੀ ਵਿਜੀਲੈਂਸ, ਬਹੁਤ ਸਾਰੀ ਰਿਪੋਰਟਿੰਗ ਹੁੰਦੀ ਹੈ ਔਰ ਲਾਸਟ ਮਿਨਟ 'ਤੇ ਜਿਹੜੇ ਇੰਤਜ਼ਾਮਾਤ ਕਹਿ ਲਓ ਪੋਲਿੰਗ ਨੂੰ ਲੈ ਕੇ, ਭਾਵੇਂ ਉਹ ਪੋਲਿੰਗ ਪਾਰਟੀਜ਼ ਦਾ ਹੈਗਾ, ਭਾਵੇਂ ਉਹ EVM ਮਸ਼ੀਨਾਂ ਦਾ ਹੈਗਾ, ਉਹ ਸਾਰੇ ਦਾ ਇੱਕ ਵਾਰੀ ਜਿਹੜੀ ਹੈ ਉਹਦੇ 'ਤੇ ਰਿਪੋਰਟਿੰਗ ਹੋ ਜਾਂਦੀ ਹੈਗੀ RO ਵੱਲੋਂ ਜ਼ਿਲ੍ਹਾ ਚੋਣ ਅਫਸਰ ਨੂੰ ਔਰ ਜ਼ਿਲ੍ਹਾ ਚੋਣ ਅਫਸਰ ਵੱਲੋਂ ਅੱਗੇ ਮੁੱਖ ਚੋਣਕਾਰ ਅਫਸਰ ਪੰਜਾਬ ਨੂੰ ਔਰ ਉਹਨਾਂ ਤੋਂ ਅੱਗੇ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ। ਇਹਦੇ ਵਿੱਚ ਜੇ ਆਪਾਂ ਥੋੜ੍ਹੇ ਜਿਹੇ ਮੁੱਖ ਮੁੱਦਿਆਂ ਦੀ ਜੇਕਰ ਆਪਾਂ ਜੇ ਗੱਲ ਕਰੀਏ ਤਾਂ ਇਹਦੇ ਵਿੱਚ ਸਾਡੀਆਂ ਪੋਲਿੰਗ ਪਾਰਟੀਜ਼ ਜਿਹੜੀਆਂ ਹੈਗੀਆਂ ਉਹ ਹਰ ਪੱਖੋਂ ਜਿਹੜੀਆਂ ਮੁਕੰਮਲ ਹੋ ਚੁੱਕੀਆਂ ਹਨ। ਮਸ਼ੀਨਾਂ ਜਿਹੜੀਆਂ ਵਰਤੋਂ ਵਿੱਚ ਉੱਥੇ ਆਉਣੀਆਂ ਹੈਗੀਆਂ ਉਹਨਾਂ ਦੀ ਕਮਿਸ਼ਨਿੰਗ ਹੋ ਕੇ ਉਹ ਸਟਰੋਂਗ ਰੂਮ ਵਿੱਚ ਜਿਹੜੀਆਂ ਹੈਗੀਆਂ ਸੀਲ ਕਰ ਦਿੱਤੀਆਂ ਹੈਗੀਆਂ ਔਰ ਉੱਥੇ ਬਿਲਕੁਲ ਸਿਕਿਉਰਿਟੀ ਦੇ ਬੜੇ ਸਖਤ ਇੰਤਜ਼ਾਮਾਤ ਜਿਹੜੇ ਹੋ ਗਏ ਨੇ। ਜਿਹੜੀ ਵੋਟਾਂ ਦਾ ਬਣਨ ਦਾ ਜਿਹੜਾ ਕੰਮ, ਜਿਹੜੀ ਵੋਟਰ ਲਿਸਟ ਦੀ ਸੁਧਾਈ ਦਾ ਕੰਮ ਜਿਹੜਾ ਮੁਕੰਮਲ ਹੋਣ ਤੋਂ ਬਾਅਦ ਵੋਟਰ ਸੂਚੀ ਵਿੱਚ ਨਾਮ ਸ਼ਾਮਲ ਹੋ ਗਏ ਹੈ, ਵੋਟਰ ਸਲਿੱਪਾਂ ਆ ਚੁੱਕੀਆਂ ਹੈਗੀਆਂ, ਵੋਟਰ ਸਲਿੱਪਾਂ ਵੰਡਣ ਦਾ ਕੰਮ ਚੱਲ ਰਿਹਾ ਹੈ, ਥੋੜ੍ਹਾ ਜਿਹਾ ਕੰਮ ਰਹਿ ਗਿਆ ਹੈ ਔਰ ਜਿਹੜੀਆਂ ਨਵੇਂ ਵੋਟਰ ਬਣੇ ਸੀ ਉਹਨਾਂ ਦੇ ਵੋਟਰ ਆਈ ਕਾਰਡ ਵੀ ਜਿਹੜੇ ਬਣ ਕੇ ਉਹ ਡਿਸਟਰੀਬਿਊਟ ਜਿਹੜੇ ਹੋ ਚੁੱਕੇ ਹਨ। ਪੋਲਿੰਗ ਸਟੇਸ਼ਨ ਦੀ ਜੇ ਮੈਂ ਗੱਲ ਕਰਾਂ ਤਾਂ ਪੋਲਿੰਗ ਸਟੇਸ਼ਨ 'ਤੇ ਜਿਹੜੇ ਫੋਰਸ ਹੁੰਦੀ ਹੈਗੀ, ਫੋਰਸ ਡਿਪਲੋਇਮੈਂਟ, ਜਿਹਦੇ ਵਿੱਚ ਆਪਣੀ ਸੈਂਟਰਲ ਆਰਮਡ ਪੁਲਿਸ ਫੋਰਸ ਤੋਂ ਇਲਾਵਾ ਜਿਹੜੀ ਆਪਣੀ ਡਿਸਟ੍ਰਿਕਟ ਪੁਲਿਸ ਜਾਂ ਸਟੇਟ ਆਰਮਡ ਪੁਲਿਸ ਜਿਹੜੀ ਹੁੰਦੀ ਹੈਗੀ ਉਹਦੇ ਜਿਹੜੇ ਹੈ ਜਵਾਨ ਜਿਹੜੇ ਹੈ ਉੱਥੇ ਤਾਇਨਾਤ ਹੁੰਦੇ ਹਨ ਤਾਂ ਕਿ ਉੱਥੇ ਪੂਰੀ ਸੁਰੱਖਿਆ ਦੇ ਵਿੱਚ ਔਰ ਪੂਰੀ ਫ੍ਰੀ ਐਂਡ ਫੇਅਰ ਜਿਹੜਾ ਹੈ ਇਲੈਕਸ਼ਨ ਹੋ ਸਕੇ। ਔਰ ਉਹਨੂੰ ਹੋਰ ਕਹਿ ਲਓ ਵੀ ਓਬਜ਼ਰਵਰ ਦੇ ਵਿਊ ਪੁਆਇੰਟ ਨਾਲੋਂ ਉੱਥੇ ਇੱਕ ਮਾਈਕਰੋ ਓਬਜ਼ਰਵਰ, ਹਰੇਕ ਲੋਕੇਸ਼ਨ 'ਤੇ ਇੱਕ ਮਾਈਕਰੋ ਓਬਜ਼ਰਵਰ ਜਿਹੜਾ ਹੈ ਉਹ ਵੀ ਡਿਪਲੋਏ ਕੀਤਾ ਜਾਂਦਾ ਹੈਗਾ, ਜਿਹੜਾ ਕਿ ਜਿਹਦੀ ਟ੍ਰੇਨਿੰਗ ਸਿੱਧੇ ਓਬਜ਼ਰਵਰ ਜਿਹੜੇ ਸਾਡੇ ਓਬਜ਼ਰਵਰ ਆਏ ਹੋਏ ਨੇ ਉਹ ਦਿੰਦੇ ਹਨ ਉਹਨੂੰ, ਮਾਈਕਰੋ ਓਬਜ਼ਰਵਰ ਨੂੰ ਟ੍ਰੇਨਿੰਗ। ਔਰ ਉਹ ਮਾਈਕਰੋ ਓਬਜ਼ਰਵਰ ਨੇ ਉੱਥੇ ਕੀ ਕਾਰਗੁਜ਼ਾਰੀ ਹੈਗੀ ਹੈ, ਕੀ ਉੱਥੇ ਪੋਲਿੰਗ ਪਾਰਟੀ ਗਾਈਡਲਾਈਨਸ ਦੇ ਮੁਤਾਬਕ, ਡਾਇਰੈਕਸ਼ਨਸ ਜਿਹੜੀਆਂ ਹੈਗੀਆਂ, ਮੈਨੂਅਲ ਜਿਹੜੇ ਹੈਗੇ ਉਹਨਾਂ ਮੁਤਾਬਕ ਜਿਹੜਾ ਵੋਟਾਂ ਪਾਉਣ ਦਾ ਕੰਮ ਕਰ ਰਹੇ ਹੈ। ਸੋ ਇਹ ਸਾਰੀ ਦੀ ਸਾਰੀ ਟਾਈਮ ਬਾਏ ਟਾਈਮ ਰਿਪੋਰਟ ਜਿਹੜੀ ਹੈਗੀ ਮਾਈਕਰੋ ਓਬਜ਼ਰਵਰ ਨੇ ਓਬਜ਼ਰਵਰ ਨੂੰ ਦੇਣੀ ਹੈ। ਉਹਦੇ ਵਿੱਚ ਇਨ ਬਿਟਵੀਨ ਕੋਈ ਨਹੀਂ ਹੁੰਦਾ, ਮਾਈਕਰੋ ਓਬਜ਼ਰਵਰ ਜਿਹੜਾ ਹੈ ਸਿੱਧਾ ਓਬਜ਼ਰਵਰ ਨੂੰ ਰਿਪੋਰਟ ਕਰਦਾ ਹੈ। ਉਸ ਤੋਂ ਇਲਾਵਾ ਜਿਹੜੀ ਹਰੇਕ ਪੋਲਿੰਗ ਸਟੇਸ਼ਨ ਦੇ ਉੱਤੇ ਵੈਬਕਾਸਟਿੰਗ ਦੀ ਜਿਹੜੀ ਹੈਗੀ ਸੁਵਿਧਾ ਜਿਹੜੀ ਹੈ ਉਹ ਅਸੀਂ ਅਰੇਂਜਮੈਂਟ ਕਰ ਰਹੇ ਹੈਗੇ। ਉਹਦੀ ਵੈਬਕਾਸਟਿੰਗ ਦੀ ਜਿਹੜੀ ਫੀਡ ਹੈਗੀ ਹੈ ਉਹ RO ਆਫਿਸ, DO ਆਫਿਸ ਔਰ ਉੱਤੇ CO ਆਫਿਸ ਦੇ ਵਿੱਚ ਹੋਏਗੀ। ਉਹਦੇ ਵਿੱਚ ਮੈਂ ਇਹ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਹੈਗਾ ਕਿ ਉਹ ਜਿਹੜੀ ਵੈਬਕਾਸਟਿੰਗ ਦੀ ਜਿਹੜੀ ਹੈ ਉਹਦੀ ਫੀਡ ਉਹ ਪਬਲਿਕ ਨੂੰ ਜਿਹੜੀ ਹੈਗੀ ਨਹੀਂ ਹੁੰਦੀ ਹੈਗੀ, ਉਹ ਸਿਰਫ ਅਫੀਸ਼ੀਅਲ ਲੈਵਲ 'ਤੇ ਜਿਹੜਾ ਹੈਗਾ ਤਾਂ ਕਿ ਉੱਥੇ ਜਿਹੜਾ ਵੋਟਾਂ ਪਾਉਣ ਦਾ ਕੰਮ ਜਿਹੜਾ ਚੱਲ ਰਿਹਾ ਹੈਗਾ ਉਹ ਬਿਲਕੁਲ ਠੀਕ ਚੱਲ ਰਿਹਾ ਹੈ। ਉੱਥੇ ਕੋਈ ਹੈਂਕੀ ਪੈਂਕੀ ਤਾਂ ਨਹੀਂ ਹੋ ਰਿਹਾ, ਕਿਸੇ ਕਿਸਮ ਦੀ ਕੋਈ ਸ਼ਰਾਰਤ ਤਾਂ ਨਹੀਂ ਹੋ ਰਹੀ, ਕਿਸੇ ਕਿਸਮ ਦਾ ਕੋਈ ਕੰਮ ਰੁਕ ਤਾਂ ਨਹੀਂ ਗਿਆ, ਪੋਲਿੰਗ ਲਗਾਤਾਰ ਚੱਲ ਰਹੀ ਹੈ। ਸੋ ਇਹਦਾ ਜਿਹੜਾ ਹੈਗਾ
ਜਾਇਜ਼ਾ ਲੈਣ ਵਾਸਤੇ ਵੈਬਕਾਸਟਿੰਗ ਦਾ ਬੰਦੋਬਸਤ ਵੀ ਜਿਹੜਾ ਹੈ ਸਾਰੇ ਆਪਣੇ 1784 ਪੋਲਿੰਗ ਸਟੇਸ਼ਨਾਂ 'ਤੇ ਕੀਤਾ ਗਿਆ। ਇਹ ਤੋਂ ਇਲਾਵਾ ਜੇਕਰ ਕਿਤੇ ਵੈਬਕਾਸਟਿੰਗ ਜੇ ਕਿਸੇ ਕਾਰਨ ਰੁਕ ਜਾਂਦੀ ਹੈਗੀ ਤਾਂ ਫਿਰ ਉੱਥੇ ਅਸੀਂ ਵੀਡੀਓਗ੍ਰਾਫੀ ਦੇ ਰਾਹੀਂ ਇਹਨੂੰ ਕਰਾਵਾਂਗੇ। ਸੋ ਫੋਰਸ ਵੀ ਹੈਗੀ ਹੈ ਔਰ ਫੋਰਸ ਮਲਟੀਪਲਾਇਰ ਵੀ ਹੈਗੇ ਨੇ। ਸੋ ਮਾਈਕਰੋ ਆਬਜ਼ਰਵਰ ਹੋ ਗਏ, ਤੁਹਾਡੀ ਵੈਬਕਾਸਟਿੰਗ ਹੋ ਗਈ, ਜੇ ਵੈਬਕਾਸਟਿੰਗ ਕਿਤੇ ਤਕਨੀਕੀ ਕਾਰਨ ਰੁਕਦੀ ਹੈ ਤਾਂ ਉੱਥੇ ਵੀਡੀਓਗ੍ਰਾਫੀ, ਇਹ ਫੋਰਸ ਮਲਟੀਪਲਾਇਰ ਦਾ ਕੰਮ ਕਰਨਗੇ। ਉਹਦੇ ਨਾਲ ਇਹ ਗੱਲ ਯਕੀਨੀ ਹੋ ਜਾਂਦੀ ਹੈਗੀ ਕਿ ਹਰ ਇੱਕ ਪੋਲਿੰਗ ਬੂਥ 'ਤੇ ਜਿਹੜਾ ਹੈਗਾ ਕੰਮ ਬਹੁਤ ਸਾਫ਼ ਸੁਥਰੇ ਢੰਗ ਨਾਲ ਬੜਾ ਫਰੀ ਐਂਡ ਫੇਅਰ ਚੱਲ ਰਿਹਾ ਹੈਗਾ। ਉਹਦੇ ਵਿੱਚ ਕਿਸੇ ਕਿਸਮ ਦੀ ਰੁਕਾਵਟ ਜਿਹੜੀ ਹੈਗੀ ਉਹ ਪੇਸ਼ ਨਹੀਂ ਆ ਰਹੀ। ਜਿਹੜੇ 72 ਘੰਟੇ ਦੀ ਮੈਂ ਜੇ ਗੱਲ ਕਰਾਂ ਮੈਂ ਤੁਹਾਡੇ ਨਾਲ, ਤਾਂ 72 ਘੰਟਿਆਂ ਵਿੱਚ ਇਹ ਮਹਿਸੂਸ ਕੀਤਾ ਜਾਂਦਾ ਹੈਗਾ ਕਿ ਉਮੀਦਵਾਰ ਵੀ ਔਰ ਪੋਲੀਟੀਕਲ ਪਾਰਟੀਆਂ ਵੀ ਬਹੁਤ ਤੇਜ਼ੀ ਫੜ ਲੈਂਦੀਆਂ ਹੈਗੀਆਂ। ਸੋ ਉਹਦੇ ਵਿੱਚ ਸਾਡੀਆਂ ਜਿਹੜੀਆਂ ਫਲਾਈਂਗ ਸਕੁਐਡ ਨੇ, ਸਾਡੇ ਜਿਹੜੇ ਉਡਾਨ ਦਸਤੇ ਜਿਨ੍ਹਾਂ ਨੂੰ ਆਪਾਂ ਕਹਿ ਦਈਏ, ਔਰ ਸਾਡੀਆਂ ਜਿਹੜੀਆਂ ਸਟੈਟਿਕ ਸਰਵੇਲੈਂਸ ਟੀਮ ਹੈਗੀਆਂ, ਸੋ ਇਹਨਾਂ ਨੂੰ ਵੀ ਅਸੀਂ ਜਿਹੜੀਆਂ ਡਾਇਰੈਕਸ਼ਨਸ ਦੇ ਦਿੱਤੀਆਂ ਹੈਗੀਆਂ ROs ਦੇ ਥਰੂ ਕਿ ਇਹਨਾਂ ਨੂੰ ਹੋਰ ਤੇਜ਼ੀ ਫੜ ਲੈਣ, ਇਹ ਸਲੋ ਡਾਊਨ ਨਾ ਹੋਣ। ਨਾਰਮਲੀ ਕੀ ਹੁੰਦਾ ਹੈਗਾ, ਜਿੱਦਾਂ ਪੋਲਿੰਗ ਨੇੜੇ ਆਉਂਦੀ ਹੈਗੀ ਤੇ ਆਮ ਤੌਰ 'ਤੇ ਇਹ ਕਿਹਾ ਜਾਂਦਾ ਵੀ 48 ਘੰਟੇ ਰਹਿ ਗਏ ਜੀ, ਹੁਣ ਕੈਂਪੇਨਿੰਗ ਬੰਦ ਹੋ ਗਈ। ਸੋ 18 ਤਰੀਕ ਜਿਹੜੀ 6 ਵਜੇ ਜੇ ਕੈਂਪੇਨਿੰਗ ਬੰਦ ਨਹੀਂ ਹੁੰਦੀ, ਬੰਦ ਤਾਂ ਹੋ ਜਾਂਦੀ ਆ, ਲੇਕਿਨ ਕੈਂਡੀਡੇਟ ਜਿਹੜੇ ਹੈਗੇ ਔਰ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਬਹੁਤ ਤੇਜ਼ੀ ਫੜ ਜਾਂਦੀਆਂ ਹੈਗੀਆਂ। ਸੋ ਉਹਨਾਂ ਦੀ ਉਸ ਐਕਟੀਵਿਟੀ ਨੂੰ ਮੋਨੀਟਰ ਕਰਨ ਵਾਸਤੇ ਫਲਾਈਂਗ ਸਕੁਐਡ ਔਰ ਜਿਹੜੀਆਂ ਸਟੈਟਿਕ ਸਰਵੇਲੈਂਸ ਟੀਮ ਔਰ ਇਹ ਜਿਹੜੀ ਹੈ ਇਹਨਾਂ ਨੂੰ ਵੀ ਉਸੇ ਹੀ ਜਿਵੇਂ ਪੂਰਾ ਐਕਟਿਵ ਹੋ ਕੇ ਜਿਹੜਾ ਇਹਨਾਂ ਨੂੰ ਮੋਨੀਟਰ ਕਰਨ ਦੀ ਲੋੜ ਹੈ। ਐਤਕੀ ਜਿਹੜਾ ਮੈਂ ਤੁਹਾਡੇ ਨਾਲ ਪਹਿਲਾਂ ਵੀ ਇਹ ਗੱਲ ਸਾਂਝੀ ਕੀਤੀ ਹੈ ਕਿ ਵੋਟਾਂ ਜਿਹੜਾ ਹੈ ਪਾਉਣ ਦੇ ਕੰਮ ਵਿੱਚ ਜਿਹੜੇ ਆਪਣੇ ਐਬਸੈਂਟੀ ਵੋਟਰ 80+ ਔਰ ਐਬਸੈਂਟੀ ਵੋਟਰ ਜਿਹੜੇ ਆਪਣੇ PWD ਪਰਸਨਸ ਵਿਦ ਡਿਸੇਬਿਲਿਟੀਜ਼, ਔਰ ਜੇਕਰ ਇਹਨਾਂ ਦਿਨਾਂ ਦੇ ਵਿੱਚ ਕੋਈ ਕੋਵਿਡ ਦਾ ਕੋਈ ਪੇਸ਼ੈਂਟ ਆ ਜਾਂਦਾ ਹੈਗਾ, ਉਹ ਵੋਟ ਪਾਉਣਾ ਚਾਹੁੰਦਾ ਹੈਗਾ, ਤਾਂ ਉਹਦੇ ਵਾਸਤੇ ਜਿਹੜੇ ਹੈਗੇ ਵੱਖਰੇ ਤੌਰ 'ਤੇ ਇੱਕ ਸਪੈਸ਼ਲ ਇੰਤਜ਼ਾਮ ਕੀਤੇ ਗਏ ਹੈਗੇ। ਪੋਸਟਲ ਬੈਲਟ ਪੇਪਰ ਦੀ ਇਹਨਾਂ ਨੂੰ ਫੈਸਿਲਿਟੀ ਫਸਟ ਟਾਈਮ ਜਿਹੜੀ ਹੈ ਮੁਹੱਈਆ ਕੀਤੀ ਗਈ ਹੈ। ਸੋ ਇਹ ਜਿਹਨਾਂ ਵਿਅਕਤੀਆਂ ਨੇ ਸਾਡੇ ਫਸਟ ਸਰਵੇ ਦੇ ਦੌਰਾਨ ਜਿਨ੍ਹਾਂ ਨੇ ਪੋਸਟਲ ਬੈਲਟ ਪੇਪਰ ਵਾਸਤੇ ਆਪਟ ਕਰ ਲਿਆ ਸੀਗਾ, ਉਹਨਾਂ ਨੂੰ ਪੋਸਟਲ ਬੈਲਟ ਪੇਪਰ ਮੁਹੱਈਆ ਕਰਾ ਕੇ ਉਹਨਾਂ ਦਾ ਵੋਟਿੰਗ ਦਾ ਕੰਮ ਜਿਹੜਾ ਹੈਗਾ ਉਹ ਕਰਵਾ ਲਿੱਤਾ ਗਿਆ ਹੈਗਾ। ਔਰ ਜਿਹੜੇ ਆਪਣੇ ਫੌਜ ਵਿੱਚ ਜਿਹੜੇ ਆਪਣੇ ਜਵਾਨ ਨੇ ਜਾਂ ਆਪਣੇ ਅਫਸਰ ਨੇ ਜਿਹੜੇ ਦੂਰ ਦਰਾਡੇ ਏਰੀਏ 'ਚ ਪੋਸਟਡ ਨੇ, ਉਹਨਾਂ ਨੂੰ ਐਜ਼ ਸਰਵਿਸ ਵੋਟਰ ਇਲੈਕਟ੍ਰੋਨਿਕਲੀ ਟਰਾਂਸਮਿਟਡ ਪੋਸਟਲ ਬੈਲਟ ਪੇਪਰ ਸਿਸਟਮ ਰਾਹੀਂ ਜਿਹੜਾ ਹੈ ਉਹਨਾਂ ਦੇ ਵੀ ਪੋਸਟਲ ਬੈਲਟ ਪੇਪਰ ਡਿਸਪੈਚ ਹੋ ਗਏ ਔਰ ਹੁਣ ਵਾਪਸ ਆਉਣੇ ਸ਼ੁਰੂ ਹੋ ਗਏ ਹੈ। ਸੋ ਇਹ ਪੋਸਟਲ ਬੈਲਟ ਪੇਪਰ ਵਾਪਸੀ ਜਿਹੜੀ ਬਾਈ ਪੋਸਟ ਆਏਗੀ, ਇਹਦੀ ਲਾਸਟ ਜਿਹੜਾ ਟਾਈਮ ਹੁੰਦਾ ਜਾਂ ਡੇਟ ਹੁੰਦੀ ਹੈ ਉਹ 10 ਮਾਰਚ ਜਿੱਦਣ ਕਾਊਂਟਿੰਗ ਹੈ ਸੁਬਾਹ 8 ਵਜੇ ਤੱਕ ਹੈ। 8 ਵਜੇ ਤੋਂ ਬਾਅਦ ਜੇਕਰ ਕੋਈ ਪੋਸਟਲ ਬੈਲਟ ਪੇਪਰ ਜਾਂ ਸਰਵਿਸ ਵੋਟਰ ਦਾ ਕੋਈ ਇਲੈਕਟ੍ਰੋਨਿਕਲੀ ਟਰਾਂਸਮਿਟਡ ਪੋਸਟਲ ਬੈਲਟ ਪੇਪਰ ਵਾਪਸ ਆਉਂਦਾ ਹੈਗਾ ਅਤੇ ਉਹਨੂੰ ਅਸੀਂ ਸਾਈਡ 'ਤੇ ਰੱਖ ਲੈਂਦੇ, ਉਹਨੂੰ ਗਿਣਤੀ ਵਿੱਚ ਜਿਹੜਾ ਹੈ ਉਹਨੂੰ ਇਨਕਲੂਡ ਨਹੀਂ ਕਰਦੇ। ਇਸ ਸਮੇਂ ਦੌਰਾਨ ਅੱਜ 17 ਤਰੀਕ ਹੈ ਔਰ ਕੱਲ੍ਹ ਜਿਹੜਾ ਹੈ ਲਾਸਟ ਡੇ ਹੈ ਕੈਂਪੇਨਿੰਗ ਦਾ। ਕੱਲ੍ਹ 6 ਵਜੇ ਕੈਂਪੇਨਿੰਗ ਮੁਕੰਮਲ ਤੌਰ 'ਤੇ ਬੰਦ ਹੋ ਜਾਏਗੀ। ਸੋ ਇਹਨਾਂ 2 ਦਿਨਾਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਰੋਡ ਸ਼ੋਅ, ਬਹੁਤ ਸਾਰੇ ਗੈਦਰਿੰਗਸ ਜਾਂ ਪਦ ਯਾਤਰਾ, ਸੋ ਇਹਨਾਂ ਦੀ ਜਿਹੜੀ ਹੈ ਪਰਮਿਸ਼ਨ ਲੈ ਕੇ ਹੀ ਅਸੀਂ ਮਤਲਬ ਇਹਨਾਂ ਨੂੰ ਅਸੀਂ ਅਲਾਉ ਕਰ ਰਹੇ ਹੈਗੇ। ਤੋ ਕੈਂਡੀਡੇਟ ਜਿਹੜੇ ਹੈ ਜਾਂ ਪੋਲੀਟੀਕਲ ਪਾਰਟੀਜ਼ ਹੈਗੀਆਂ, ਇਹ ਵੱਖ-ਵੱਖ ਕੈਂਡੀਡੇਟ ਇਹ ਪਰਮਿਸ਼ਨ ਲੈ ਕੇ ਕਰ ਰਹੇ ਨੇ। ਔਰ ਪੋਲ ਡੇ ਵਾਲੇ ਦਿਨ ਜਿੱਦਣ ਇਹ ਵੋਟਾਂ ਪੈਣੀਆਂ ਹਨ ਅਤੇ ਉਸ ਦਿਨ ਕੈਂਡੀਡੇਟ ਨੂੰ ਜਿਹੜੀਆਂ ਹੈ 3 ਗੱਡੀਆਂ ਜਿਹੜੀਆਂ ਅਲਾਊਡ ਨੇ। ਸੋ ਉਹ ਵੀ ਵਿਦ ਪਰਮਿਟ ਜਿਹੜਾ ਹੈਗਾ ਉਹ ਅਪਲਾਈ ਕਰਨਗੇ ਅਤੇ ਉਹਨਾਂ ਨੂੰ ਪਰਮਿਟ ਨਾਲ ਉਹ ਗੱਡੀਆਂ ਜਿਹੜੀਆਂ ਹੈ ਅਲਾਊਡ ਹੈ ਚੱਲਣੀਆਂ। ਕੱਲ੍ਹ 6 ਵਜੇ ਤੋਂ ਬਾਅਦ ਜਿੰਨੇ ਵੀ ਸਪੋਰਟਰ ਜਿਹੜੇ ਕਹਿ ਰਹੇ ਹੋ ਕਿ ਦੂਸਰੇ ਜ਼ਿਲ੍ਹਿਆਂ 'ਚੋਂ ਜਾਂ ਦੂਸਰੇ ਰਾਜਾਂ 'ਚੋਂ ਆਏ ਹੈਗੇ ਆਪਣੇ ਉਮੀਦਵਾਰ ਨੂੰ ਸਪੋਰਟ ਕਰਨ ਵਾਸਤੇ, ਉਹਨਾਂ ਨੂੰ ਜਿਹੜਾ ਹੈ ਤੁਹਾਡੇ ਮਾਧਿਅਮ ਰਾਹੀਂ ਮੈਂ ਇਹ ਸਾਰਿਆਂ ਨੂੰ ਮੈਂ ਅਪੀਲ ਕਰਾਂਗਾ ਕਿ ਉਹ ਵਾਪਸ ਆਪਣੇ ਜਿਹੜੇ ਹਲਕੇ ਹੈ ਆਪਣੇ ਜਿਹੜਾ ਪਲੇਸ ਆਫ ਰੈਜ਼ੀਡੈਂਸ ਹੈ ਉੱਥੇ ਚਲੇ ਜਾਣ ਵਾਪਸ। ਉਹ ਕੈਂਪੇਨਿੰਗ ਪੀਰੀਅਡ ਜਦੋਂ ਐਂਡ ਹੋ ਜਾਂਦਾ ਹੈ ਉਸ ਤੋਂ ਬਾਅਦ ਉਹ ਜ਼ਿਲ੍ਹੇ ਵਿੱਚ ਜਿਹੜਾ ਹੈ ਰਿਹਾਇਸ਼ ਨਹੀਂ ਰੱਖ ਸਕਦੇ। ਸੋ ਇਹਦੇ ਬਾਰੇ ਅਸੀਂ ਵੱਖ-ਵੱਖ ਜਿਹੜੇ ਗੈਸਟ ਹਾਊਸਿਸ ਹੈਗੇ, ਹੋਟਲ ਹੈ, ਉਹਨਾਂ ਦੀ ਚੈਕਿੰਗ ਵੀ ਕਰਾਵਾਂਗੇ। ਔਰ ਇਸੇ ਸਮੇਂ ਦੌਰਾਨ ਅਸੀਂ ਇਹ ਵੀ ਚੈੱਕ ਕਰਾ ਰਹੇ ਹਾਂ ਕਿ ਮੈਰਿਜ ਪੈਲੇਸਿਸ ਜਾਂ ਧਰਮਸ਼ਾਲਾ ਜਾਂ ਕਮਿਊਨਿਟੀ ਸੈਂਟਰ ਹੈਗੇ, ਉੱਥੇ ਮੈਰਿਜ ਜਾਂ ਫੰਕਸ਼ਨ ਦੀ ਆੜ 'ਚ ਬੁਕਿੰਗ ਲੈ ਕੇ ਕਿਸੇ ਨੇ ਕੋਈ
ਖਾਣੇ ਦਾ ਜਾਂ ਵੱਡੀ ਗੈਦਰਿੰਗ ਨੂੰ ਐਂਟਰਟੇਨ ਕਰਨ ਦਾ ਤਾਂ ਨਹੀਂ ਕੋਈ ਅਰੇਂਜਮੈਂਟ ਕੀਤਾ ਹੈਗਾ। ਸੋ ਇਹ ਵੀ ਸਾਡੀ 72 ਘੰਟੇ ਦੀ SOP ਦਾ ਇੱਕ ਹਿੱਸਾ ਹੈਗਾ। ਅਤੇ ਇਹਦੇ ਬਾਰੇ ਵੀ ਜਿਹੜਾ ਹੈ ਸਾਡੀਆਂ ਜਿਹੜੀਆਂ ਹੈ ਇਹਦੇ ਬਾਰੇ ਬਹੁਤ ਅਸੀਂ ਸਤਰਕ ਹੋ ਕੇ ਚੱਲ ਰਹੇ ਹਾਂ। ਮਾਡਲ ਕੋਡ ਆਫ ਕੰਡਕਟ ਵਾਸਤੇ ਲਾਸਟ ਦਿਨਾਂ ਦੇ ਵਿੱਚ, ਕਿਉਂਕਿ ਹੁਣ ਇਹ ਇੱਕ ਅੱਜ ਦਾ ਦਿਨ ਔਰ ਕੱਲ੍ਹ ਦਾ ਦਿਨ ਜਿਹੜਾ ਹੈਗਾ ਇਹਦੇ ਵਿੱਚ ਬਹੁਤ ਸਾਰੀਆਂ ਸਪੀਚਿਸ ਵੀ ਹੋਣਗੀਆਂ। ਸੋ ਮਾਡਲ ਕੋਡ ਆਫ ਕੰਡਕਟ ਦੀ ਚੋਣ ਜ਼ਾਬਤੇ ਦੀ ਪਾਲਣਾ ਕਰਨ ਵਾਸਤੇ ਵੀ ਅਸੀਂ ROs ਨੂੰ ਕਹਿ ਦਿੱਤਾ ਹੈਗਾ ਕਿ ਆਪਣੇ ਆਪਣੇ ਉਮੀਦਵਾਰਾਂ ਨੂੰ ਇਹਦੇ ਬਾਰੇ ਜਿਹੜਾ ਹੈ ਸੁਚੇਤ ਕਰ ਦਿੱਤਾ ਜਾਵੇ, ਤਾਂ ਕਿ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਜਿਹੜੀ ਹੈ ਇਹਨੂੰ ਉਮੀਦਵਾਰ ਨੂੰ ਨਾ ਆਵੇ। ਇਸ ਤੋਂ ਇਲਾਵਾ ਓਬਜ਼ਰਵਰਸ ਜਿਹੜੇ ਹੈਗੇ ਉਹਨਾਂ ਨਾਲ ਸਾਡੀ ਲਗਾਤਾਰ ਜਿਹੜੀਆਂ ਮੀਟਿੰਗਸ ਚੱਲ ਰਹੀਆਂ ਹੈ, ਉਹ ਵੀ ਬੜੀ ਬਰੀਕੀ ਨਾਲ ਹਰ ਇੱਕ ਸਾਡੀ ਤਿਆਰੀ ਨੂੰ, ਸਾਡੀ ਪ੍ਰੀਪੇਅਰਡਨੈਸ ਨੂੰ ਉਹਨੂੰ ਓਬਜ਼ਰਵ ਕਰ ਰਹੇ ਹੈਗੇ। ਔਰ ਜਿੱਥੇ ਕਿਤੇ ਉਹਨਾਂ ਨੂੰ ਲੱਗਦਾ ਹੈਗਾ ਕਿ ਇਹ ਵਾਲੇ ਏਰੀਏ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈਗੀ ਜਾਂ ਟ੍ਰੇਨਿੰਗ ਦੀ ਹੋਰ ਲੋੜ ਹੈ, ਅਸੀਂ ਟ੍ਰੇਨਿੰਗ ਵੀ ਉਹਨਾਂ ਦੀਆਂ ਓਬਜ਼ਰਵੇਸ਼ਨਸ ਮੁਤਾਬਕ ਕਰਦੇ ਹੈਗੇ। ਜਿਹੜਾ ਸਾਡਾ ਪੋਲਿੰਗ ਸਟਾਫ ਹੈ, ਕਿਉਂਕਿ ਬਹੁਤ ਬਰੀਕੀ ਦਾ ਕੰਮ ਹੈਗਾ, ਗਲਤੀ ਦੀ 1% ਵੀ ਗੁੰਜਾਇਸ਼ ਨਹੀਂ ਹੁੰਦੀ। ਸੋ ਉਹਨਾਂ ਨੂੰ ਜਿਹੜੀਆਂ ਗਾਈਡਲਾਈਨਸ ਆਈਆਂ ਹੈਗੀਆਂ ਉਹਨਾਂ ਨੂੰ ਹੋਰ ਸੁਖਾਲਾ ਕਰਨ ਵਾਸਤੇ ਅਸੀਂ ਇੱਕ ਪੰਜਾਬੀ ਦੇ ਵਿੱਚ ਇੱਕ ਮੈਨੂਅਲ ਵੀ ਅਸੀਂ ਇਹ ਤਿਆਰ ਕੀਤਾ ਹੈਗਾ, ਪੋਲ ਡੇ ਜਿਹੜੀਆਂ ਟਿਪਸ ਫॉर ਪ੍ਰੈਜ਼ਾਈਡਿੰਗ ਆਫਿਸਰ। ਤੋ ਇਹਨੂੰ ਜੇਕਰ ਪ੍ਰੈਜ਼ਾਈਡਿੰਗ ਆਫਿਸਰ ਮੌਕੇ 'ਤੇ ਆਪਣੇ ਟੇਬਲ ਦੇ ਮੂਹਰੇ ਰੱਖ ਕੇ ਇਹਨੂੰ ਜੇ ਸਟੈਪ ਬਾਏ ਸਟੈਪ ਵੀ ਚੱਲੇਗਾ ਅਤੇ ਤਾਂ ਵੀ ਉਹਨੂੰ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਹੈਗੀ। ਸੋ ਇੱਥੇ ਤੱਕ ਅਸੀਂ ਖਿਆਲ ਰੱਖਿਆ ਹੈਗਾ। ਇਲੈਕਸ਼ਨ ਕਮਿਸ਼ਨ ਆਏ ਵਾਰੀ ਐਪਿਕ ਕਾਰਡ ਜਿਹੜਾ ਆਪਣਾ ਵੋਟਰ ਆਈ ਕਾਰਡ ਤੋਂ ਇਲਾਵਾ ਕੁਝ ਹੋਰ ਦਸਤਾਵੇਜ਼ ਜਿਹੜੇ ਬਤੌਰ ਆਈ ਕਾਰਡ ਦਾ ਕੰਮ ਦਿੰਦੇ ਹਨ, ਸੋ ਉਹ ਵੀ ਉਹਨਾਂ ਨੇ ਐਤਕੀ ਇਲੈਕਸ਼ਨ ਕਮਿਸ਼ਨ ਨੇ ਇੱਕ ਲਿਸਟ ਦਿੱਤੀ ਹੈਗੀ, ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਲਵਾਂਗੇ। ਵੋਟਰ ਦੀ ਅਵੇਅਰਨੈਸ ਵਾਸਤੇ ਵੀ ਜਿਹੜੇ ਹੈਗੇ ਅਸੀਂ ਪੋਸਟਰਸ ਲਗਾ ਰਹੇ ਹਾਂ, ਔਰ ਹਰੇਕ ਪੋਲਿੰਗ ਸਟੇਸ਼ਨ ਦੇ ਉੱਤੇ ਜਿਹੜੀਆਂ ਸ਼ੋਰਡ ਮਿਨੀਮਮ ਫੈਸਿਲਿਟੀਜ਼ ਹੈ ਉਹਨਾਂ ਦਾ ਵੀ ਜਿਹੜਾ ਹੈ ਅਸੀਂ ਬਹੁਤ ਖਿਆਲ ਰੱਖ ਰਹੇ ਹਾਂ। ਔਰ ਵਿਮਨ ਮੈਨੇਜਡ ਜਿਹੜੇ ਪੋਲਿੰਗ ਸਟੇਸ਼ਨ ਹਨ ਜਾਂ ਸਾਡੇ ਮਾਡਲ ਪੋਲਿੰਗ ਸਟੇਸ਼ਨ ਹਨ ਜਾਂ ਜਿਹੜੇ ਪਰਸਨਸ ਵਿਦ ਡਿਸੇਬਿਲਿਟੀ ਮੈਨੇਜ ਪੋਲਿੰਗ ਸਟੇਸ਼ਨ ਹੈ, ਉਹ ਵੀ ਅਸੀਂ ਜਿਹੜੇ ਹੈ ਸਾਡੀ ਇਹ ਕੋਸ਼ਿਸ਼ ਹੈ ਕਿ ਉਹ ਖੂਬਸੂਰਤ ਲੱਗਣ। ਜੇ ਬੰਦਾ ਉੱਥੇ ਵੋਟ ਪਾਉਣ ਆ ਤਾਂ ਉਹਨੂੰ ਵੋਟ ਵੀ ਪਾਵੇ ਤਾਂ ਉਹਨੂੰ ਦਿਲੋਂ ਵੀ ਉਹਨੂੰ ਅੱਛਾ ਮਹਿਸੂਸ ਹੋਵੇ ਕਿ ਵਾਕਈ ਉਹਨੂੰ ਵੈਲਕਮ ਕੀਤਾ ਜਾ ਰਿਹਾ ਹੈਗਾ, ਔਰ ਵੋਟ ਪਾਉਣ ਦੇ ਨਾਲ ਨਾਲ ਉਹਨੂੰ ਅੱਛਾ ਮਹਿਸੂਸ ਹੋਵੇ। ਇੱਕ ਉਹਨੂੰ ਇਸ ਲੋਕਤੰਤਰ ਦੀ ਜਿਹੜੀ ਇਹ ਸਭ ਤੋਂ ਵੱਡੀ ਇੱਕ ਐਕਸਰਸਾਈਜ਼ ਦਾ ਜਿਹੜਾ ਉਹ ਹਿੱਸਾ ਹੈਗਾ, ਉਹ ਹਿੱਸਾ ਬਣਨ ਵਿੱਚ ਉਹਨੂੰ ਜਿਹੜਾ ਹੈਗਾ ਉਹਨੂੰ ਗੌਰਵ ਮਹਿਸੂਸ ਹੋਵੇ। ਸੋ ਇਹ ਤੋਂ ਇਲਾਵਾ ਮੈਂ ਡਾਕਟਰ ਸੰਦੀਪ ਗਰਗ SSP ਸਾਹਿਬ ਬੈਠੇ ਨੇ, ਜਿਹੜਾ ਕਿ ਸਾਰਾ ਇਨਫੋਰਸਮੈਂਟ ਔਰ ਸੁਰੱਖਿਆ ਦੇ ਜਿਹੜੇ ਬੰਦੋਬਸਤ ਨੇ ਉਹ ਇਹਨਾਂ ਦੀ ਦੇਖ ਰੇਖ ਵਿੱਚ ਚੱਲ ਰਹੇ ਨੇ। ਸੋ ਮੈਂ ਉਹਨਾਂ ਨੂੰ ਮੈਂ ਰਿਕੁਐਸਟ ਕਰਾਂਗਾ ਕਿ ਉਹ ਵੀ ਪ੍ਰੈਸ ਨੂੰ ਬਰੀਫ ਕਰਨ। ਹਾਂਜੀ, ਜਿਵੇਂ ਕਿ ਤੁਹਾਨੂੰ DC ਸਾਹਿਬ ਨੇ ਦੱਸਿਆ ਹੈ ਸਾਰਾ ਕਿ ਆਪਣਾ 72 ਘੰਟੇ ਦਾ ਜਿਹੜਾ ਪਲਾਨ ਹੈ ਉਹ ਹੁਣ ਸਟਾਰਟ ਹੋ ਗਿਆ ਹੈ। ਚੋਣਾਂ ਦੇ ਵਿੱਚ ਕੇਵਲ 72 ਘੰਟੇ ਰਹਿ ਗਏ ਨੇ ਅਤੇ ਇੱਕ 72 ਘੰਟੇ ਦੀ ਪ੍ਰੋਟੋਕੋਲ ਹੁੰਦੀ ਹੈ। ਉਹ ਪ੍ਰੋਟੋਕੋਲ ਦੇ ਹਿਸਾਬ ਨਾਲ ਜਿਹੜੀਆਂ ਵੀ ਸਾਡੀਆਂ ਚੈਕਿੰਗਸ ਹੈਗੀਆਂ ਉਹ ਇੰਟੈਂਸੀਫਾਈ ਹੋ ਜਾਂਦੀਆਂ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਹੁਣ 72 ਘੰਟੇ ਰਹਿਣ ਕਰਕੇ ਸਾਰੇ ਕੈਂਡੀਡੇਟਸ ਵੀ, ਉਹਨਾਂ ਦੇ ਸਪੋਰਟਰਸ ਵੀ ਬਹੁਤ ਜ਼ਿਆਦਾ ਐਕਟਿਵ ਹੋ ਜਾਂਦੇ ਨੇ ਇਲੈਕਸ਼ਨ ਦੇ ਵਿੱਚ। ਅਤੇ ਜਦੋਂ ਐਕਟਿਵ ਜ਼ਿਆਦਾ ਹੁੰਦੇ ਨੇ ਤਾਂ ਦੇਰ ਇਜ਼ ਅ ਪੋਸੀਬਿਲਿਟੀ ਕਿ ਉਹ ਜਿਹੜੇ ਚੋਣ ਦੇ ਜਿਹੜੇ ਨਿਯਮ ਨੇ, ਰੂਲ ਨੇ, ਕਾਨੂੰਨ ਨੇ, ਉਹਦੀ ਉਲੰਘਣਾ ਵੀ ਕਰਨ। ਤਾਂ ਇਸ ਕਰਕੇ ਉਹਦੇ ਮੁਤਾਬਕ ਪੁਲਿਸ ਵੀ ਜਿਹੜੀ ਹੈਗੀ ਹੈ ਐਕਟਿਵ ਹੋ ਜਾਂਦੀ ਹੈ, ਸੈਂਸਿਟਾਈਜ਼ ਹੋ ਜਾਂਦੀ ਹੈ। ਅਤੇ ਤੁਹਾਡੇ ਮਾਧਿਅਮ ਨਾਲ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹੂੰਗਾ ਕਿ ਜਿੰਨੇ ਵੀ ਆਪਣੇ ਕੈਂਡੀਡੇਟਸ ਜਾਂ ਉਹਨਾਂ ਦੇ ਸਪੋਰਟਰਸ ਨੇ, ਤੁਸੀਂ ਜਿਹੜੇ ਚੋਣ ਪ੍ਰਕਿਰਿਆ ਦੇ ਜਿਹੜੇ ਨਿਯਮ ਹੈਗੇ ਨੇ, ਜਿਹੜੇ ਕਾਨੂੰਨ ਨੇ, ਉਹਦੇ ਉਲੰਘਣਾ ਨਾ ਕਰੋ। ਉਹਦੇ ਨਿਯਮਾਂ ਦੇ ਅੰਦਰ ਰਹਿ ਕੇ ਉਹਦੀ ਪਾਲਣਾ ਕਰਦੇ ਹੋਏ ਸੁਚਾਰੂ ਢੰਗ ਦੇ ਨਾਲ ਤੁਸੀਂ ਆਪਣਾ ਚੋਣ ਪ੍ਰਚਾਰ ਜਿਹੜਾ ਹੈਗਾ ਉਹ ਕਰੋ। ਉਸ ਤੋਂ ਬਾਅਦ ਜਿਹੜੀ ਆਪਣੀ ਇਲੈਕਸ਼ਨ ਪ੍ਰੋਸੈਸ ਹੈਗੀ ਹੈ ਉਹਦਾ ਸਾਥ ਦਿੰਦੇ ਹੋਏ ਆਪਾਂ ਡੈਮੋਕ੍ਰੈਟਿਕ ਪ੍ਰੋਸੈਸ ਦੇ ਹਿਸਾਬ ਨਾਲ ਆਪਾਂ ਜਿਹੜਾ ਇਲੈਕਸ਼ਨ ਪੀਸਫੁਲ ਤਰੀਕੇ ਨਾਲ ਜਿਹੜਾ ਹੈਗਾ ਸੰਪੰਨ ਕਰਾਈਏ। ਇਹਦੇ ਵਿੱਚ ਮੈਂ ਇਹ ਵੀ ਤੁਹਾਡੇ ਮਾਧਿਅਮ ਤੋਂ ਸਾਰਿਆਂ ਨੂੰ ਅਪੀਲ ਕਰਨਾ ਚਾਹੂੰਗਾ ਕਿ ਸਾਰੇ ਤੁਸੀਂ ਬਿਨਾਂ ਕਿਸੇ ਡਰ ਜਾਂ ਬਿਨਾਂ ਕਿਸੇ ਭੈ ਦੇ ਜਿਹੜਾ ਆਪਾਂ ਨੂੰ ਇਹ ਵੋਟ ਦਾ ਅਧਿਕਾਰ ਜਿਹੜਾ ਮਿਲਿਆ ਹੋਇਆ ਹੈ ਇਹਦਾ ਆਪਾਂ ਪ੍ਰਯੋਗ ਕਰੀਏ, ਵੱਧ ਚੜ੍ਹ ਕੇ ਜਿਹੜੀ ਹੈਗੀ ਹੈ ਵੋਟ ਪਾਈਏ।
ਤੇ ਜੋ ਵੀ ਤੁਹਾਡਾ ਪਸੰਦੀਦਾਰ ਜੋ ਵੀ ਕੈਂਡੀਡੇਟ ਜਾਂ ਪਾਰਟੀ ਹੈਗੀ ਹੈ ਉਹਨਾਂ ਨੂੰ ਅੱਗੇ ਲੈ ਕੇ ਜਾਈਏ, ਤਾਂ ਕਿ ਜਿਹੜਾ ਇੱਕ ਆਪਣੀ ਡੈਮੋਕ੍ਰੈਟਿਕ ਪ੍ਰੋਸੈਸ ਨਾਲ ਆਪਣਾ ਇੱਕ ਸਮਾਜ ਜਿਹੜਾ ਹੈਗਾ ਵਧੀਆ ਸਮਾਜ ਬਣ ਸਕੇ। ਮੈਂ ਇਹ ਵੀ ਦੱਸਣਾ ਚਾਹੂੰਗਾ ਕਿ ਜੇ ਤੁਹਾਨੂੰ ਕੋਈ ਡਰਾਉਣ ਦੀ ਕੋਸ਼ਿਸ਼ ਕਰਦਾ ਹੈ ਜਾਂ ਕੋਈ ਲਾਲਚ ਦਿੰਦਾ ਹੈ, ਤਾਂ ਤੁਸੀਂ ਸਾਡੇ ਜਿਹੜੇ ਕੰਟਰੋਲ ਰੂਮ ਨੰਬਰਸ ਨੇ 181 ਤੇ 112, ਉਸ ਤੋਂ ਇਲਾਵਾ 95 929 12 500, 98 764 32 100, ਇਹਨਾਂ ਦੇ ਉੱਤੇ ਸਾਨੂੰ ਇਨਫੋਰਮੇਸ਼ਨ ਦੇ ਸਕਦੇ ਹੋ। ਤੁਹਾਡੀ ਆਇਡੈਂਟੀਟੀ ਜਿਹੜੀ ਹੈਗੀ ਹੈ ਉਹ ਗੁਪਤ ਰੱਖੀ ਜਾਏਗੀ ਅਤੇ ਇਮੀਡੀਏਟਲੀ ਜਿਹੜੀ ਹੈਗੀ ਐਕਸ਼ਨ ਉਹ ਦਿੱਤਾ ਜਾਏਗਾ। ਇਸ ਤੋਂ ਇਲਾਵਾ ਮੇਰਾ ਪਰਸਨਲ ਜਿਹੜਾ WhatsApp ਨੰਬਰ ਹੈਗਾ ਉਹ ਹੈਗਾ 80 54 100 ਪੂਰਾ 112। ਤੁਸੀਂ ਇਹ 'ਤੇ ਵੀ ਕੋਈ ਵੀ WhatsApp ਨੰਬਰ 'ਤੇ ਸਾਨੂੰ ਕੋਈ ਡਿਟੇਲਸ ਜਿਹੜੀਆਂ ਹੈਗੀਆਂ ਸ਼ੇਅਰ ਕਰ ਸਕਦੇ ਹੋ। ਕੋਈ ਵੀਡੀਓ ਕਲਿੱਪਿੰਗਸ ਜਾਂ ਕੋਈ ਆਡੀਓ ਭੇਜਣਾ ਚਾਹੁੰਦੇ ਹੋ ਤਾਂ ਉਹ ਵੀ ਭੇਜ ਸਕਦੇ ਹੋ। ਇਮੀਡੀਏਟ ਐਕਸ਼ਨ ਜਿਹੜਾ ਹੈਗਾ ਉਹ ਲਿਆ ਜਾਏਗਾ ਉਹਦੇ ਵਿੱਚ। ਇਸ ਤੋਂ ਇਲਾਵਾ ਜਿਹੜੇ ਵੀ ਜਿਵੇਂ ਕਿ DC ਸਾਹਿਬ ਨੇ ਪਹਿਲਾਂ ਹੀ ਬਰੀਫ ਕੀਤਾ ਹੈ ਕਿ 48 ਘੰਟੇ ਪਹਿਲਾਂ ਜਦੋਂ ਚੋਣ ਪ੍ਰਕਿਰਿਆ ਖਤਮ ਹੁੰਦੀ ਹੈ ਉਦੋਂ 48 ਘੰਟੇ ਪਹਿਲਾਂ, ਯਾਨੀ ਕਿ ਕੱਲ੍ਹ ਸ਼ਾਮ ਨੂੰ 6 ਵਜੇ ਤੱਕ ਸਾਰਾ ਪ੍ਰਚਾਰ ਜਿਹੜਾ ਹੈਗਾ, ਸਾਰੀ ਕੈਂਪੇਨਿੰਗ ਜਿਹੜਾ ਹੈਗਾ ਉਹ ਟਾਈਮ ਖਤਮ ਹੋ ਜਾਏਗਾ। ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹੂੰਗਾ ਕਿ ਨਿਯਮਾਂ ਦੀ ਪਾਲਣਾ ਕਰਦੇ ਹੋਏ ਇਹ ਟਾਈਮ ਸਿਰ ਹੀ ਜਿਹੜਾ ਚੋਣ ਪ੍ਰਚਾਰ ਸਾਰਾ ਖਤਮ ਕਰ ਦਿੱਤਾ ਜਾਵੇ ਇਹਦੇ ਰਿਗਾਰਡਿੰਗ। ਉਸ ਤੋਂ ਬਾਅਦ ਕੋਈ ਵੀ ਬਾਹਰਲਾ ਬੰਦਾ, ਡਿਸਟ੍ਰਿਕਟ ਤੋਂ ਬਾਹਰ ਜਿਹੜਾ ਵੀ ਬੰਦਾ ਰਹਿਣ ਵਾਲਾ, ਕੋਈ ਬਾਹਰਲੇ ਸਟੇਟ ਦੇ ਸਪੋਰਟਰਸ ਆਏ ਹੋਏ ਹੈ ਜਾਂ ਬਾਹਰਲੇ ਡਿਸਟ੍ਰਿਕਟ 'ਚੋਂ ਸਪੋਰਟਰਸ ਆਏ ਹੋਏ ਹੈ, ਉਹ ਕੋਈ ਵੀ ਬੰਦਾ ਇੱਥੇ ਅਲਾਓ ਨਹੀਂ ਕੀਤਾ ਜਾਏਗਾ। ਜੇ ਕੋਈ ਬੰਦਾ ਇੱਥੇ ਕੋਈ ਗਲਤ ਗਤੀਵਿਧੀ ਕਰਦਾ ਪਾਇਆ ਜਾਂਦਾ ਹੈ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏਗੀ। ਮੈਂ ਤੁਹਾਡੇ ਮਾਧਿਅਮ ਤੋਂ ਇਹ ਵੀ ਇੱਕ ਸਟਰੋਂਗ ਮੈਸੇਜ ਅਤੇ ਚੇਤਾਵਨੀ ਦੇਣਾ ਚਾਹੂੰਗਾ, ਜਿਹੜੇ ਵੀ ਮਾੜੇ ਅਨਸਰ ਹੈਗੇ ਹੈ ਜਾਂ ਫਿਰ ਕੋਈ ਸ਼ਰਾਬ ਦੇ ਜਾਂ ਨਸ਼ੇ ਦੇ ਤਸਕਰ ਹੈਗੇ ਹੈ, ਤਾਂ ਉਹ ਬਿਲਕੁਲ ਗੁਰੇਜ਼ ਕਰਨ ਇਸ ਇਲੈਕਸ਼ਨ ਪ੍ਰੋਸੈਸ 'ਚ ਕਿਸੇ ਵੀ ਤਰੀਕੇ ਨਾਲ ਇੰਟਰਫੇਅਰ ਕਰਨ ਦੀ ਸਖਤ ਤੋਂ ਸਖਤ ਕਾਰਵਾਈ ਜਿਹੜੀ ਕੀਤੀ ਜਾਏਗੀ ਹੈ। ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਏਗੀ। ਇਹ ਮੈਂ ਤੁਹਾਡੇ ਮਾਧਿਅਮ ਤੋਂ ਸਾਰਿਆਂ ਨੂੰ ਇੱਕ ਮੈਸੇਜ ਜਿਹੜਾ ਸਟਰੋਂਗ ਹੈ ਉਹ ਪਹੁੰਚਾਉਣਾ ਚਾਹੂੰਗਾ। ਮੈਂ ਇਹ ਵੀ ਦੱਸਣਾ ਚਾਹੂੰਗਾ ਕਿ ਸਾਡੀ ਜਿਹੜੀ ਇਲੈਕਸ਼ਨ ਪ੍ਰੋਸੈਸ ਨੂੰ ਵਧੀਆ ਅਤੇ ਪੀਸਫੁਲ ਤਰੀਕੇ ਨਾਲ ਮੁਕੰਮਲ ਕਰਾਉਣ ਵਾਸਤੇ ਅਸੀਂ ਕਰੀਬ 7000 ਦੇ ਆਸ-ਪਾਸ ਫੋਰਸ ਦੀ ਡਿਪਲੋਇਮੈਂਟ ਜਿਹੜੀ ਹੈ ਕਰ ਰਹੇ ਹਾਂ। ਉਹਦੇ ਵਿੱਚੋਂ 38 ਕੰਪਨੀਜ਼ ਜਿਹੜੀਆਂ ਹੈਗੀਆਂ ਸਾਨੂੰ ਸੈਂਟਰਲ ਪੈਰਾਮਿਲਟਰੀ ਫੋਰਸਿਸ ਦੀਆਂ ਮਿਲ ਗਈਆਂ ਨੇ, ਆਲਰੇਡੀ ਸਾਡੇ ਕੋਲ ਆ ਚੁੱਕੀਆਂ ਨੇ। ਉਸ ਤੋਂ ਇਲਾਵਾ ਕੁਝ ਫੋਰਸ ਸਾਨੂੰ ਸਟੇਟ ਤੋਂ ਵੀ, ਸਟੇਟ ਲੈਵਲ ਦੀ ਆਰਮਡ ਪੁਲਿਸ ਅਤੇ ਅਦਰ ਫੋਰਸਿਸ ਜਿਹੜੀਆਂ ਹੈਗੀਆਂ ਉਹ ਵੀ ਮਿਲੀਆਂ ਨੇ। ਤਾਂ ਕੁੱਲ ਮਿਲਾ ਕੇ 7000 ਦੇ ਕਰੀਬ ਜਿਹੜੀ ਪੁਲਿਸ ਫੋਰਸ ਹੈ ਵੱਖ-ਵੱਖ ਡਿਊਟੀਆਂ ਦੇ ਉੱਤੇ ਤੈਨਾਤ ਰਹੇਗੀ, ਤਾਂ ਕਿ ਇਲੈਕਸ਼ਨ ਪ੍ਰੋਸੈਸ ਜਿਹੜੀ ਹੈ ਪੀਸਫੁਲ ਹੋਵੇ। ਇਹ 'ਚ ਜਿਵੇਂ ਕਿ ਪੋਲਿੰਗ ਬੂਥ ਹੈਗੇ ਹੈ ਉਹ ਸਾਰੇ ਕਵਰਡ ਹੋਣਗੇ। ਉਸ ਤੋਂ ਇਲਾਵਾ ਸਾਡੀਆਂ ਪੈਟਰੋਲਿੰਗ ਪਾਰਟੀਜ਼, ਸਾਡੀ ਨਾਕਾਬੰਦੀ, ਸਾਡੀਆਂ ਰਿਜ਼ਰਵ ਮੋਬਾਈਲਸ ਜਿਹੜੀਆਂ ਹੈਗੀਆਂ, ਇੰਟਰ ਸਟੇਟ ਨਾਕੇ, ਇੰਟਰ ਡਿਸਟ੍ਰਿਕਟ ਨਾਕੇ, ਸਾਰੀ ਸਿਕਿਉਰਿਟੀ ਵਾਸਤੇ ਸਾਡੇ ਸਾਰੇ ਬੰਦੇ ਲੱਗੇ ਹੈ ਉਹ। ਤਾਂ ਇਹ ਸਾਰੇ ਦਾ ਇੱਕ ਮੁਕੰਮਲ ਡਿਪਲੋਇਮੈਂਟ ਪਲਾਨ ਜਿਹੜਾ ਹੈਗਾ ਉਹ ਅਪਰੂਵ ਹੋਣ ਤੋਂ ਬਾਅਦ ਸਾਡਾ ਰੈਡੀ ਹੋ ਚੁੱਕਿਆ ਹੈ ਅਤੇ ਉਹਨੂੰ ਅਸੀਂ ਇਮੀਡੀਏਟਲੀ 72 ਘੰਟੇ ਦਾ ਪਲਾਨ ਜਿਹੜਾ ਹੈਗਾ ਸਟਾਰਟ ਕਰ ਚੁੱਕੇ ਹਾਂ। ਤਾਂ ਇਸ ਤੋਂ ਇਲਾਵਾ ਜਿਹੜਾ ਹੁਣ 8 ਜਨਵਰੀ ਤੋਂ ਆਪਣਾ ਮਾਡਲ ਕੋਡ ਆਫ ਕੰਡਕਟ ਜਿਹੜਾ ਇਨ ਪਲੇਸ ਆਇਆ ਸੀਗਾ, ਉਸ 'ਚ ਸਾਡੀ ਵੱਖ-ਵੱਖ ਸਾਡੀ ਫੋਰਸ ਦੇ ਐਫਰਟਸ ਦੇ ਨਾਲ ਅਤੇ ਸਾਡੇ ਸਾਰੇ ਪਟਿਆਲਾ ਵਾਸੀਆਂ ਦੇ ਸਹਿਯੋਗ ਦੇ ਨਾਲ ਸਾਨੂੰ ਬੜੀ ਅੱਛੀਆਂ ਕੁਝ ਰਿਕਵਰੀਜ਼ ਵੀ ਹੋਈਆਂ। ਡਿਟੇਲਡ ਮੈਂ ਰਿਕਵਰੀਜ਼ ਪ੍ਰੈਸ ਨੋਟ ਦੇ ਵਿੱਚ ਜਿਹੜਾ ਸ਼ੇਅਰ ਵੀ ਕਰ ਦੂੰਗਾ ਸਾਰੀਆਂ ਡਿਟੇਲਸ। ਪਰ ਮੇਨ ਰਿਕਵਰੀਜ਼ ਦੇ ਵਿੱਚ ਮੈਂ ਇਹ ਕਹਿਣਾ ਚਾਹੂੰਗਾ ਕਿ ਅਸੀਂ ਲਿਕਰ ਦੀ ਰਿਕਵਰੀ ਜਿਹੜੀ ਹੈਗੀ ਹੈ ਕਾਫੀ ਵੱਡੀ, ਇੱਕ 2700 ਪੇਟੀਆਂ ਬਰਾਮਦ ਕੀਤੀਆਂ ਸੀ, ਫਿਰ ਇੱਕ 500 ਪੇਟੀਆਂ ਬਰਾਮਦ ਕੀਤੀਆਂ ਸੀ, 300 ਸੀਗੀਆਂ, ਇੱਕ 200 ਸੀਗੀਆਂ। ਉਸ ਤੋਂ ਇਲਾਵਾ NDPS ਦੇ ਵਿੱਚ ਵੀ ਕਾਫੀ ਰਿਕਵਰੀ ਹੋਈ ਹੈ। ਪਿੱਛੇ ਹੀ ਰਾਜਪੁਰੇ ਦੇ ਵਿੱਚ ਅਸੀਂ 2.25 ਕਿਲੋ ਹੈਰੋਇਨ ਜਿਹੜੀ ਹੈਗੀ ਹੈ ਉਹ ਰਿਕਵਰ ਕੀਤੀ ਸੀਗੀ। ਇਸ ਤੋਂ ਇਲਾਵਾ 29,000 ਜਿਹੜੀਆਂ ਕੈਪਸੂਲ ਸੀਗੇ, ਗੋਲੀਆਂ, ਉਹ ਰਿਕਵਰ ਹੋਈ ਹੈ। 22,000 ਕੈਪਸੂਲ ਦੀ ਇੱਕ ਅਲੱਗ ਖੇਪ ਰਿਕਵਰ ਹੋਈ ਹੈ। ਤਾਂ ਮੈਂ ਦੱਸਣਾ ਚਾਹੂੰਗਾ ਕਿ ਸਾਡੀ ਫੋਰਸ ਜਿਹੜੀ ਹੈ ਬਿਲਕੁਲ ਮੁਸ਼ਤੈਦ ਹੋ ਕੇ ਅਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਬੜਾ ਵਧੀਆ ਇਹ ਰਿਕਵਰੀਜ਼ ਵੀ ਕਰ ਰਹੀ ਹੈ, ਬੜਾ ਵਧੀਆ ਇਹ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਕੰਮ ਵੀ ਕਰ ਰਹੀ ਹੈ। ਅਤੇ ਅਗਲੇ 3 ਦਿਨ ਵੀ ਬਿਲਕੁਲ ਹੋਰ ਅਸੀਂ ਅਲਰਟ ਹੋ ਕੇ ਇਸ ਚੀਜ਼ ਨਾਲ ਕੰਮ ਕਰ ਰਹੇ ਹਾਂ। ਤਾਂ ਜਿਹੜੇ ਤੁਸੀਂ ਸਾਰੇ ਬਿਲਕੁਲ ਵੱਧ ਚੜ੍ਹ ਕੇ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਹਿੱਸਾ ਲਓ। ਜਿਹੜੇ ਮਾੜੇ ਬੰਦੇ ਹੈ ਉਹ ਇਸ 'ਚ ਕੋਈ ਵੀ ਸ਼ਰਾਰਤ ਕਰਨ ਤੋਂ ਗੁਰੇਜ਼ ਕਰਨ, ਅਤੇ ਤਾਂ ਜੋ ਆਪਾਂ ਇੱਕ ਵਧੀਆ ਇਲੈਕਸ਼ਨ ਪ੍ਰੋਸੈਸ ਨੂੰ ਕੰਪਲੀਟ ਕਰਕੇ, ਪੀਸਫੁਲ ਤਰੀਕੇ ਨਾਲ ਕੰਪਲੀਟ ਕਰਕੇ ਇੱਕ ਵਧੀਆ ਸਮਾਜ ਜਿਹੜਾ ਬਣਾ ਸਕੀਏ। ਧੰਨਵਾਦ। ਜੈ ਹਿੰਦ।